ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਰ ਵੇਖਣ ਕੋ ਸਭ ਕੋਈ ਲੋਚੈ, ਸੋ ਵੇਖੈ ਜਿਸ ਆਪ ਵਿਖਾਲੇ। ਜਿਸਨੂੰ ਨਦਰ ਕਰੇ ਮੇਰਾ ਪਿਆਰਾ, ਸੋ ਹਰ ਸਦਾ ਸੰਭਾਲੇ। ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ। ਜਿਸ ਸਤਿਗੁਰ ਪੂਰਾ ਮੇਰਾ ਮਿਲਿਆ, ਨਾਨਕ ਹਰ ਜਨ ਹਰ ਇੱਕੇ ਹੋਏ। ਹਰ ਜਪ ਹਰ ਸੇਤੀ ਰਲਿਆ, ਨਾਨਕ ਹਰ ਜਨ ਹਰ ਇੱਕੇ ਹੋਏ। ਹਰ ਜਪ ਹਰ ਸੇਤੀ ਰਲਿਆ, ਜੋ ਪ੍ਰਾਨੀ ਨਿਸ ਦਿਨ ਭਜੈ, ਰੂਪ ਰਾਮ ਤਿਹ ਜਾਨ। ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਕੁੱਲ ਕਾਇਨਾਤ ਦੇ ਰਹਿਬਰ ਸ਼ਬਦ ਬ੍ਰਹਮ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਹਾਜ਼ਰੀਆਂ ਭਰ ਰਹੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਮਿਹਰਾਮਤ ਸਦਕਾ ਖਸਮ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ। ਸਾਧ ਸੰਗਤ ਜਿਸ ਪਿਆਰ ਜਿਸ ਟਿਕਾ ਦੇ ਨਾਲ ਕੀਰਤਨ ਦੇ ਵਿੱਚ ਹਾਜ਼ਰੀ ਲਵਾਈ ਹੈ, ਉਸੇ ਹੀ ਪਿਆਰ ਟਿਕਾ ਇਕਾਗਰਤਾ ਨੂੰ ਕਾਇਮ ਰੱਖਦਿਆਂ ਹੋਇਆਂ ਕੁਝ ਕੁ ਸਮਾਂ ਜੋ ਪਿਛਲੇ ਕੁਝ ਸਮੇਂ ਤੋਂ ਨਾਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਸ਼ਲੋਕਾਂ ਦੀ ਵਿਚਾਰ ਚੱਲ ਰਹੀ ਹੈ। ਉਸ ਵਿਚਾਰ ਲੜੀ ਨੂੰ ਅਗਾਂਹ ਤੋਰਦਿਆਂ ਹੋਇਆਂ ਜੋ ਪਾਵਨ ਸ਼ਲੋਕ, ਜੋ ਪ੍ਰਾਨੀ ਨਿਸ ਦਿਨ ਭਜੈ, ਰੂਪ ਰਾਮ ਤਿਹ ਜਾਨ। ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਸਤਿਗੁਰਾਂ ਦੇ ਇਸ ਪਾਵਨ 29ਵੇਂ ਸ਼ਲੋਕ ਦੀ ਵਿਚਾਰ ਵਿੱਚ ਵੀ ਹਾਜ਼ਰੀ ਭਰਨੀ ਹੈ। ਆਓ ਸਾਧ ਸੰਗਤ, ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੁਆਰਾ ਬਖਸ਼ਿਸ਼ ਫਤਿਹ ਦੀ ਸਾਂਝ ਪਾਈਏ
ਸਾਰੇ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ, ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਜਿਹੜਾ ਪਰਮਾਤਮਾ ਨੂੰ ਜਪਦਾ ਹੈ ਉਹ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਉਸ ਦੇ ਵਿੱਚ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਇਸ ਗੱਲ ਨੂੰ ਪੱਕੇ ਤੌਰ ਤੇ ਆਪਣੇ ਮਨ ਦੇ ਵਿੱਚ ਵਸਾ ਲਈਏ। ਜੋ ਕੁਝ ਵੀ ਇਸ ਸੰਸਾਰ ਦੇ ਵਿੱਚ ਆਪਾਂ ਖਾਂਦੇ ਆ, ਜੋ ਵੀ ਪੀਂਦੇ ਆ, ਉਸ ਦਾ ਬੈਨੀਫਿਟ ਸਾਡੀ ਬਾਡੀ ਨੂੰ, ਸਾਡੇ ਸਰੀਰ ਨੂੰ ਹੁੰਦਾ ਹੈ। ਖੁਰਾਕ ਖਾਧੀ ਜਾਂਦੀ ਹੈ, ਉਹਦੇ ਦੋ ਕੁ ਰੀਜ਼ਨ ਹੋਇਆ ਕਰਦੇ ਨੇ। ਇੱਕ ਤਾਂ ਭੁੱਖ ਸ਼ਾਂਤ ਕਰਨ ਵਾਸਤੇ, ਦੂਜਾ ਜਿਹੜੇ ਜ਼ਰੂਰੀ ਨਿਊਟ੍ਰੀਸ਼ਨਸ ਨੇ ਉਹ ਉਸ ਖੁਰਾਕ ਦੇ ਵਿੱਚੋਂ ਸਰੀਰ ਨੂੰ ਮਿਲ ਸਕਣ। ਹੁਣ ਜੇਕਰ ਕੋਈ ਤੁਹਾਨੂੰ ਪੁੱਛੇ ਭਈ ਤੂੰ ਖੁਰਾਕ ਕਿਉਂ ਖਾ ਰਿਹਾ ਹੈ, ਤੂੰ ਭੋਜਨ ਕਿਉਂ ਛਕਦਾ ਪਿਆ ਹੈ, ਤਾਂ ਤੁਹਾਡਾ ਜਵਾਬ ਕੀ ਹੋਏਗਾ? ਜੀ ਭੁੱਖ ਲੱਗੀ ਹੈ ਤਾਂ ਛਕਦਾ ਪਿਆ। ਮੇਰੇ ਸਰੀਰ ਨੂੰ ਕੁਝ ਜ਼ਰੂਰੀ ਤੱਤ ਚਾਹੀਦੇ ਨੇ, ਉਹਨਾਂ ਤੱਤਾਂ ਦੀ, ਉਹਨਾਂ ਨਿਊਟ੍ਰੀਸ਼ਨਸ ਦੀ ਪੂਰਤੀ ਦੇ ਲਈ ਮੈਂ ਭੋਜਨ ਛਕਦਾ ਪਿਆ। ਪਾਣੀ ਕਿਸ ਵਾਸਤੇ ਪੀਤਾ ਜਾਂਦਾ ਹੈ? ਤਾਂ ਕਿ ਪਿਆਸ ਨੂੰ ਬੁਝਾਇਆ ਜਾ ਸਕੇ ਤੇ ਸਰੀਰ ਦੇ ਵਿੱਚ ਜਿਹੜੀ ਪਾਣੀ ਦੀ ਜ਼ਰੂਰਤ ਹੈ ਉਸ ਨੂੰ ਪੂਰਾ ਕੀਤਾ ਜਾ ਸਕੇ। ਜੇਕਰ ਸੰਸਾਰ ਦੀ ਕੋਈ ਵੀ ਚੀਜ਼ ਆਪਾਂ ਯੂਜ਼ ਕਰਦੇ ਹਾਂ, ਉਹਦਾ ਕੋਈ ਨਾ ਕੋਈ ਪਰਪਸ ਹੈ, ਉਹਦੀ ਕੋਈ ਨਾ ਕੋਈ ਸਾਡੇ ਜੀਵਨ ਦੇ ਵਿੱਚ ਮਹੱਤਤਾ ਹੈ, ਤਾਂ ਉਹਨੂੰ ਯੂਜ਼ ਕੀਤਾ ਜਾ ਰਿਹਾ ਹੈ। ਜਿਹੜੀ ਚੀਜ਼ ਸਾਡੀ ਲੋੜ ਦੇ ਅਨੁਸਾਰ ਨਹੀਂ, ਉਸ ਨੂੰ ਆਪਾਂ ਯੂਜ਼ ਵੀ ਨਹੀਂ ਕਰਦੇ। ਖਿਆਲ ਕਰਿਓ ਸਾਧ ਸੰਗਤ, ਜੋ ਕੁਝ ਵੀ ਆਪਾਂ ਯੂਜ਼ ਕਰਦੇ ਹਾਂ ਉਹਦਾ ਸਾਡੇ ਜੀਵਨ ਦੇ ਨਾਲ ਕੋਈ ਸੰਬੰਧ ਹੈ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵਰਤੋਂ ਕੀਤੀ ਜਾ ਰਹੀ, ਯੂਜ਼ ਕੀਤੀ ਜਾ ਰਹੀ ਵਸਤੂ ਸਾਡੇ ਜੀਵਨ ਨੂੰ ਕੋਈ ਨਾ ਕੋਈ ਬੈਨੀਫਿਟ ਜ਼ਰੂਰ ਪਹੁੰਚਾ ਰਹੀ ਹੈ। ਪਰ ਇੰਨਾ ਯਾਦ ਰੱਖਿਓ, ਖਾਧਾ ਜਾ ਰਿਹਾ ਭੋਜਨ, ਪੀਤਾ ਜਾ ਰਿਹਾ ਪਾਣੀ, ਯੂਜ਼ ਕੀਤੀਆਂ ਜਾ ਰਹੀਆਂ ਵਸਤੂਆਂ, ਥਿੰਗਸ, ਉਹ ਸਾਨੂੰ ਲਾਭ ਤਾਂ ਜ਼ਰੂਰ ਪਹੁੰਚਾ ਰਹੀਆਂ ਨੇ, ਪਰ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਜਿਸ ਨੂੰ ਆਪਾਂ ਯੂਜ਼ ਕਰਦੇ ਪਏ ਆ ਉਹਦਾ ਰੂਪ ਅਸੀਂ ਨਹੀਂ ਹੋ ਸਕਦੇ। ਜਿਹੜੀ ਵਸਤੂ ਅਸੀਂ ਯੂਜ਼ ਕਰ ਰਹੇ ਹਾਂ ਉਹਦੇ ਵਰਗੇ ਅਸੀਂ ਨਹੀਂ ਹੋ ਸਕਦੇ। ਸਿਰਫ ਉਹਨੂੰ ਯੂਜ਼ ਕੀਤਾ ਜਾ ਸਕਦਾ ਹੈ, ਆਪਣੀ ਲੋੜ ਨੂੰ ਪੂਰਾ ਕੀਤਾ ਜਾ ਸਕਦਾ ਹੈ। ਪਰ ਇੱਕ ਪਰਮਾਤਮਾ ਦਾ ਨਾਮ ਹੀ ਐਸਾ ਹੈ, ਇੱਕ ਪਰਮਾਤਮਾ ਹੀ ਐਸਾ ਹੈ, ਜਦੋਂ ਉਸ ਰੱਬ ਦੀ ਯਾਦ ਵਿੱਚ ਜੁੜਿਆ ਜਾਂਦਾ ਹੈ, ਯਾਦ ਕਰਦਿਆਂ ਕਰਦਿਆਂ ਇਨਸਾਨ, ਦੋ ਕੰਮ ਹੁੰਦੇ ਨੇ ਸਾਧ ਸੰਗਤ ਇੱਥੇ ਵੀ। ਜਿਵੇਂ ਭੋਜਨ ਦੇ ਦੋ ਕੰਮ ਨੇ, ਭੁੱਖ ਮਿਟਾਉਂਦੀ ਹੈ, ਖੁਰਾਕ ਭੁੱਖ ਮਿਟਾ ਰਹੀ ਹੈ, ਭੋਜਨ ਭੁੱਖ ਮਿਟਾ ਰਿਹਾ ਹੈ, ਨਾਲ ਜਿਹੜੇ ਨਿਊਟ੍ਰੀਸ਼ਨਸ ਨੇ ਉਹ ਸਾਡੀ ਬਾਡੀ ਨੂੰ ਪਹੁੰਚਦੇ ਪਏ ਨੇ। ਜਦੋਂ ਰੱਬ ਦੀ ਯਾਦ ਵਿੱਚ ਜੁੜਿਆ ਜਾਂਦਾ ਹੈ, ਇੱਥੇ ਵੀ ਦੋ ਕੰਮ ਹੁੰਦੇ ਨੇ। ਪਹਿਲਾ ਕੰਮ ਤਾਂ ਇਹ ਹੈ ਕਿ ਆਤਮਾ ਦੀ ਭੁੱਖ ਮਿਟਦੀ ਹੈ। ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਸਰੀਰ ਨੂੰ ਵੀ ਭੁੱਖ ਲੱਗਦੀ ਹੈ, ਸਰੀਰ ਦੀ ਖੁਰਾਕ ਹੈ ਭੋਜਨ। ਆਤਮਾ ਨੂੰ ਵੀ ਭੁੱਖ ਲੱਗਦੀ ਹੈ ਤੇ ਆਤਮਾ ਦੀ ਖੁਰਾਕ ਹੈ ਪਰਮਾਤਮਾ ਦਾ ਨਾਮ। ਤੇ ਜਦੋਂ ਉਹਨੂੰ ਜਪਿਆ ਜਾਂਦਾ ਹੈ, ਉਸ ਰੱਬ ਦੀ ਯਾਦ ਵਿੱਚ ਜੁੜਿਆ ਜਾਂਦਾ ਹੈ ਤੇ ਆਤਮਾ ਦੀ ਭੁੱਖ ਖਤਮ ਹੁੰਦੀ ਹੈ। ਦੂਜਾ ਕੰਮ ਕੀ ਹੁੰਦਾ ਹੈ ਕਿ ਉਹਨੂੰ ਜਪ ਜਪ ਕੇ ਜਪਣ ਵਾਲਾ ਇਨਸਾਨ ਜਿਹੜਾ ਹੈ ਉਹ ਰੱਬ ਦਾ ਹੀ ਰੂਪ ਹੋ ਜਾਂਦਾ ਹੈ। ਭੋਜਨ ਖਾ ਰਹੇ ਹਾਂ, ਭੁੱਖ ਮਿਟੇਗੀ, ਨਿਊਟ੍ਰੀਸ਼ਨਸ ਮਿਲਣਗੇ, ਪਰ ਭੋਜਨ ਦਾ ਰੂਪ ਨਹੀਂ ਹੋ ਪਾਵਾਂਗੇ। ਕੋਈ ਵਸਤੂ ਯੂਜ਼ ਕਰ ਰਹੇ ਹਾਂ, ਉਹਦਾ ਲਾਭ ਸਾਨੂੰ ਮਿਲਦਾ ਪਿਆ ਹੈ, ਪਰ ਉਸ ਵਸਤੂ ਦਾ ਰੂਪ ਨਹੀਂ ਹੋ ਸਕਦੇ। ਰੱਬ ਦਾ ਨਾਮ ਜਪਾਂਗੇ, ਆਤਮਾ ਦੀ ਭੁੱਖ ਵੀ ਮਿਟੇਗੀ। ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਤੂੰ ਜਪ, ਤੇ ਜੇ ਜਪੇਗਾ ਫਿਰ ਸਤਿਗੁਰੂ ਜੀ ਕਹਿੰਦੇ ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤਿਹ ਜਾਣ, ਉਹ ਰੱਬ ਦਾ ਰੂਪ ਹੋ ਜਾਏਗਾ।
ਰੱਬ ਦਾ ਰੂਪ ਹੋਣ ਦਾ ਮਤਲਬ ਕੀ ਹੈ? ਇੱਥੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਬਿਰਾਜਮਾਨ ਨੇ, ਭਾਈ ਨੰਦ ਲਾਲ ਜੀ ਉਹਨਾਂ ਦੇ ਕੋਲ ਨੇ, ਤੇ ਭਾਈ ਨੰਦ ਲਾਲ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਉਪਦੇਸ਼ ਦਿੰਦੇ ਪਏ ਨੇ। ਭਾਈ ਨੰਦ ਲਾਲ ਜੀ ਦੀ ਰਚਨਾ ਹੈ ਜੀ ਰਹਿਤਨਾਮਾ। ਉਹ ਰਹਿਤਨਾਮਾ ਪੜ੍ਹ ਕੇ ਦੇਖਿਓ। ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਭਾਈ ਨੰਦ ਲਾਲ ਜੀ ਦੀ ਆਪਸ ਵਿੱਚ ਗੱਲਬਾਤ ਹੋ ਰਹੀ ਹੈ। ਗੁਰੂ ਸਾਹਿਬ ਭਾਈ ਨੰਦ ਲਾਲ ਜੀ ਨੂੰ ਸਮਝਾਉਂਦੇ ਪਏ ਨੇ, ਤੇ ਭਾਈ ਨੰਦ ਲਾਲ ਜੀ ਦੇ ਮਨ ਦੇ ਵਿੱਚ ਜਿਹੜਾ ਕੋਈ ਸਵਾਲ ਪੈਦਾ ਹੁੰਦਾ ਹੈ, ਉਹ ਸਵਾਲ ਵੀ ਸਤਿਗੁਰਾਂ ਦੇ ਅੱਗੇ ਭਾਈ ਨੰਦ ਲਾਲ ਜੀ ਕਰ ਰਹੇ ਨੇ। ਸਤਿਗੁਰੂ ਜੀ ਭਾਈ ਨੰਦ ਲਾਲ ਜੀ ਨੂੰ ਕਹਿੰਦੇ ਕਿ ਭਾਈ ਜੀ, ਹਰ ਇੱਕ ਸਿੱਖ ਦਾ ਫਰਜ਼ ਹੈ ਕਿ ਉਹ ਰੱਬ ਦੀ ਯਾਦ ਵਿੱਚ ਜੁੜੇ, ਉਸ ਅਕਾਲ ਪੁਰਖ ਦੇ ਦੀਦਾਰ ਕਰੇ, ਉਸ ਰੱਬ ਨੂੰ ਆਪਣੇ ਹਿਰਦੇ ਵਿੱਚ ਵਸਾਵੇ, ਹਰ ਸਵਾਸ ਆਪਣੀ ਜ਼ੁਬਾਨ ਤੋਂ ਉਸ ਰੱਬ ਦੇ ਗੁਣ ਗਾਏ। ਇੱਥੇ ਹੀ ਬਸ ਨਹੀਂ, ਨਾਲ ਹੀ ਕਹਿ ਦਿੱਤਾ ਕਿ ਹਰ ਸਿੱਖ ਵਾਸਤੇ, ਹਰ ਇੱਕ ਪ੍ਰਾਣੀ ਮਾਤਰ ਵਾਸਤੇ ਜ਼ਰੂਰੀ ਹੈ ਕਿ ਜਿੱਥੇ ਰੱਬ ਦੀ ਯਾਦ ਵਿੱਚ ਜੁੜੇ, ਉੱਥੇ ਗੁਰੂ ਦੇ ਦੀਦਾਰ ਵੀ ਆਣ ਕੇ ਕਰੇ। ਲਫ਼ਜ਼ ਧਿਆਨ ਦੇਣਾ, ਜਿੱਥੇ ਰੱਬ ਦੀ ਯਾਦ ਵਿੱਚ ਜੁੜਨਾ ਹੈ, ਉੱਥੇ ਗੁਰੂ ਦੇ ਦੀਦਾਰ ਵੀ ਕਰੇ। ਤੇ ਜਦੋਂ ਸਤਿਗੁਰਾਂ ਨੇ ਕਿਹਾ ਕਿ ਰੱਬ ਗੁਰੂ ਦੇ ਦੀਦਾਰ ਕਰਨੇ ਨੇ, ਤੇ ਇੱਥੇ ਫਿਰ ਭਾਈ ਨੰਦ ਲਾਲ ਜੀ ਸਵਾਲ ਕਰਦੇ ਨੇ। ਭਾਈ ਸਾਹਿਬ ਜੀ ਕਹਿੰਦੇ, ਸਤਿਗੁਰੂ ਜੀ, ਤੁਮ ਜੋ ਕਹਾ ਗੁਰਦੇਵ ਜੀ, ਦਰਸ਼ਨ ਕਰ ਮੋਹਿ ਆਏ। ਸਤਿਗੁਰਾਂ ਨੂੰ ਸਵਾਲ ਕੀਤਾ, ਸਤਿਗੁਰੂ ਜੀ ਤੁਸੀਂ ਕਹਿੰਦੇ ਹੋ ਕਿ ਰੱਬ ਦੀ ਯਾਦ ਵਿੱਚ ਜੁੜਨ ਤੋਂ ਬਾਅਦ ਇਨਸਾਨ ਜਿਹੜਾ ਹੈ ਉਹ ਗੁਰੂ ਦੇ ਦੀਦਾਰ ਆਣ ਕੇ ਕਰੇ। ਲਖੀਏ ਤੁਮਰੇ ਦਰਸ਼ ਕਹਾਂ, ਕਹੋ ਮੋਹਿ ਸਮਝਾਏ। ਤੁਹਾਡੇ ਦੀਦਾਰ ਕਿਸ ਤਰ੍ਹਾਂ ਹੋ ਸਕਦੇ ਨੇ, ਇਹ ਗੱਲ ਮੈਨੂੰ ਸਮਝਾਓ। ਆਹ ਸਵਾਲ ਹੈ। ਸਤਿਗੁਰੂ ਜੀ ਤੁਸੀਂ ਕਿਹਾ ਗੁਰੂ ਦੇ ਦੀਦਾਰ ਕਰੇ, ਤੁਹਾਡੇ ਦੀਦਾਰ, ਤੁਹਾਡੇ ਦਰਸ਼ਨ ਕਿਵੇਂ ਹੋਣਗੇ, ਇਹ ਮੈਨੂੰ ਗੱਲ ਸਮਝਾਓ। ਤੇ ਇੱਥੇ ਮਤਲਬ ਇਹ ਹੈ ਕਿ ਜਦੋਂ ਤੱਕ ਤਾਂ ਗੁਰੂ ਸਾਹਿਬ ਫਿਜ਼ੀਕਲ ਫਾਰਮ ਦੇ ਵਿੱਚ ਮੌਜੂਦ ਨੇ, ਉਦੋਂ ਤੱਕ ਤਾਂ ਉਹਨਾਂ ਦੇ ਦੀਦਾਰ ਹੋ ਸਕਦੇ ਨੇ। ਜਾਂ ਇਦਾਂ ਕਹਿ ਲਈਏ, ਜਿਸ ਜਗ੍ਹਾ ਤੇ ਗੁਰੂ ਸਾਹਿਬ ਦਾ ਟਿਕਾਣਾ ਹੈ, ਜਿੱਥੇ ਸਤਿਗੁਰੂ ਜੀ ਰਹਿ ਰਹੇ ਨੇ, ਉਸ ਇਲਾਕੇ ਦੇ ਵਿੱਚ, ਉਸ ਸ਼ਹਿਰ ਦੇ ਵਿੱਚ ਜਾਂ ਉਸ ਪਿੰਡ ਦੇ ਵਿੱਚ ਰਹਿਣ ਵਾਲੇ ਲੋਕ ਗੁਰੂ ਦੇ ਦੀਦਾਰ ਕਰ ਸਕਦੇ ਨੇ। ਜਿਹੜਾ ਦੂਰ ਰਹਿਣ ਵਾਲਾ ਇਨਸਾਨ ਹੈ, ਸਿੱਖ ਹੈ, ਉਹ ਗੁਰੂ ਦੇ ਦੀਦਾਰ ਕਿਵੇਂ ਕਰੇਗਾ? ਜਾਂ ਜਦੋਂ ਸਤਿਗੁਰੂ ਜੀ ਸਰੀਰਕ ਚੋਲਾ ਤਿਆਗ ਦੇਣਗੇ, ਜਦੋਂ ਪਾਤਸ਼ਾਹ ਜੀ ਫਿਜ਼ੀਕਲ ਫਾਰਮ ਦੇ ਵਿੱਚ ਇਸ ਸੰਸਾਰ ਦੇ ਵਿੱਚ ਨਹੀਂ ਹੋਣਗੇ, ਫਿਰ ਉਹਨਾਂ ਦੇ ਦੀਦਾਰ ਕਿਵੇਂ ਹੋਣਗੇ? ਤੇ ਸਤਿਗੁਰਾਂ ਨੇ ਇਸ ਸਵਾਲ ਦਾ ਜਵਾਬ ਭਾਈ ਨੰਦ ਲਾਲ ਜੀ ਨੂੰ ਦਿੱਤਾ। ਪਤਾ ਕੀ ਕਿਹਾ ਸਤਿਗੁਰਾਂ ਨੇ? ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਨੰਦ ਲਾਲ ਜੀ, ਜੇਕਰ ਤੁਸੀਂ ਦੀਦਾਰ ਕਰਨ ਬਾਰੇ ਸਵਾਲ ਪੁੱਛਦੇ ਹੋ ਤਾਂ ਇਹਦਾ ਜਵਾਬ ਇਹ ਹੈ ਕਿ ਤੀਨ ਰੂਪ ਹੈ ਮੋਹਿ ਕੇ ਸੁਣੋ ਨੰਦ ਚਿਤ ਲਾਏ। ਭਾਈ ਨੰਦ ਲਾਲ ਜੀ ਨੂੰ ਕਿਹਾ, ਕਹਿਣ ਲੱਗੇ, ਭਾਈ ਨੰਦ ਲਾਲ ਜੀ, ਮੇਰੇ 3 ਰੂਪ ਨੇ। ਸਾਧ ਸੰਗਤ ਧਿਆਨ ਦਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਕਹਿਣ ਲੱਗੇ, ਮੇਰੇ 3 ਰੂਪ ਨੇ। ਕਿਹੜੇ ਕਿਹੜੇ ਜੀ? ਨਿਰਗੁਣ, ਸਰਗੁਣ, ਗੁਰ ਸ਼ਬਦ ਹੈ, ਕਹੋ ਤੋਹੇ ਸਮਝਾਏ। ਆਹ 3 ਰੂਪ ਨੇ ਜੀ, ਨਿਰਗੁਣ, ਸਰਗੁਣ ਤੇ ਗੁਰ ਸ਼ਬਦ। ਤੇ ਜਦੋਂ ਇਹਨਾਂ ਦੀ ਐਕਸਪਲੇਨੇਸ਼ਨ ਭਾਈ ਨੰਦ ਲਾਲ ਜੀ ਨੇ ਪੁੱਛੀ, ਤੇ ਸਤਿਗੁਰਾਂ ਨੇ ਫਿਰ ਕਿਹਾ, ਕਹਿਣ ਲੱਗੇ, ਏਕ ਰੂਪ ਤੇ ਗੁਣ ਤੇ ਪਰੇ। ਨਿਰਗੁਣ, ਨਿਰਗੁਣ ਦਾ ਮਤਲਬ ਹੈ, ਇਹਨੂੰ ਈਜ਼ੀ ਸਮਝਣਾ ਹੋਵੇ ਤਾਂ ਆਪਾਂ ਇਦਾਂ ਕਹਿ ਲਈਏ ਕਿ ਉਹ ਪ੍ਰਮਾਤਮਾ ਜਿਹੜਾ ਨਜ਼ਰ ਨਹੀਂ ਆਉਂਦਾ। ਨਿਰਗੁਣ, ਉਸ ਨੂੰ ਨਿਰਗੁਣ ਕਿਹਾ ਜਾ ਰਿਹਾ ਹੈ, ਜਿਸ ਨੂੰ ਆਪਣੀਆਂ ਅੱਖਾਂ ਦੇ ਨਾਲ ਅਸੀਂ ਦੇਖ ਨਹੀਂ ਸਕਦੇ, ਉਸ ਰੱਬ ਨੂੰ ਨਿਰਗੁਣ ਕਿਹਾ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਇੱਕ ਰੂਪ ਹੈ ਨਿਰਗੁਣ, ਏਕ ਰੂਪ ਤਿਹ ਗੁਣ ਤੇ ਪਰੇ, ਨੇਤ ਨੇਤ ਜਿਹ ਨਿਗਮ ਉਚਰੇ। ਜਿਸ ਨੂੰ ਹਰ ਇੱਕ ਧਰਮ ਗ੍ਰੰਥ ਕਹਿ ਲਈਏ, ਨੇਤ ਨੇਤ ਮਤਲਬ ਕਿ ਪਹੁੰਚ ਤੋਂ ਪਰੇ ਕਹਿ ਕੇ ਨਮਸਕਾਰਾਂ ਕਰਦਾ ਪਿਆ। ਇੱਕ ਰੂਪ ਉਹ ਹੈ ਨਿਰਗੁਣ। ਦੂਜਾ ਹੈ ਸਰਗੁਣ। ਤੇ ਸਰਗੁਣ ਦੀ ਡੈਫੀਨੇਸ਼ਨ ਦਿੰਦਿਆਂ ਹੋਇਆਂ ਸਤਿਗੁਰਾਂ ਨੇ ਬਚਨ ਕਿਹਾ, ਕਹਿਣ ਲੱਗੇ, ਜਿਹੜਾ ਗੁਰੂ ਗ੍ਰੰਥ ਸਾਹਿਬ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਨਾ, ਇਹ ਵੀ ਮੇਰਾ ਰੂਪ ਹੈ ਸਰਗੁਣ। ਜਿਸ ਨੇ ਮੇਰੇ ਨਾਲ ਗੱਲ ਕਰਨੀ ਹੋਵੇ, ਫਿਜ਼ੀਕਲ ਫਾਰਮ ਤੋਂ ਬਾਅਦ ਦੀ ਗੱਲ ਹੈ,
ਜਿਸ ਨੇ ਮੇਰੇ ਨਾਲ ਗੱਲ ਕਰਨੀ ਹੋਵੇ, ਜਾਂ ਇਦਾਂ ਕਹਿ ਲਈਏ ਕਿ ਜਿਹੜੇ ਕੋਲ ਨਹੀਂ ਰਹਿ ਰਹੇ ਸਿੱਖ, ਜਿਹੜੇ ਦੂਰ ਕਿਸੇ ਪਿੰਡ ਦੇ ਵਿੱਚ, ਦੂਰ ਕਿਸੇ ਦੇਸ਼ ਦੇ ਵਿੱਚ ਰਹਿੰਦੇ ਪਏ ਨੇ, ਉਹਨਾਂ ਵਾਸਤੇ ਸਤਿਗੁਰਾਂ ਦਾ ਹੁਕਮ ਕਹਿਣ ਲੱਗੇ, ਜਿਸ ਨੇ ਮੇਰੇ ਨਾਲ ਗੱਲ ਕਰਨੀ ਹੋਵੇ, ਜੋ ਮਮ ਸਾਥ ਚਾਹੇ ਕਰ ਬਾਤ, ਜਿਹੜਾ ਮੇਰੇ ਨਾਲ ਗੱਲ ਕਰਨੀ ਚਾਹਵੇ ਉਹਨੂੰ ਕੀ ਕਰਨਾ ਚਾਹੀਦਾ ਹੈ? ਗ੍ਰੰਥ ਜੀ ਪੜ੍ਹੇ ਸੁਣੇ ਵਿਚਾਰੇ ਸਾਥ। ਕਹਿਣ ਲੱਗੇ ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇ, ਵਿਚਾਰੇ, ਮੇਰੇ ਨਾਲ ਗੱਲਬਾਤ ਹੋਵੇਗੀ। ਜੋ ਮਮ ਬਚਨ ਸੁਣਨ ਕੀ ਚਾਹੇ, ਜਿਸ ਨੂੰ ਮੇਰੇ ਬਚਨ ਸੁਣਨ ਦੀ ਇੱਛਾ ਹੋਵੇ, ਗ੍ਰੰਥ ਜੀ ਪੜ੍ਹੇ ਸੁਣੇ ਚਿਤ ਲਾਏ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇ, ਸੁਣੇ, ਮੇਰੇ ਬਚਨ ਸੁਣਨੇ ਹੋਣਗੇ, ਮੇਰੇ ਬਚਨ ਪੜ੍ਹਨੇ ਹੋਣਗੇ। ਤੀਜਾ ਰੂਪ ਜਿਹੜਾ ਹੈ ਨਾ ਸਤਿਗੁਰਾਂ ਦਾ, ਇੱਕ ਹੈ ਨਿਰਗੁਣ, ਦੂਜਾ ਕਹਿ ਦਿੱਤਾ ਗੁਰ ਸ਼ਬਦ, ਤੀਜਾ ਸਤਿਗੁਰੂ ਜੀ ਕਹਿੰਦੇ ਸਰਗੁਣ। ਸਰਗੁਣ ਦਾ ਮਤਲਬ ਹੈ, ਪਾਤਸ਼ਾਹ ਜੀ ਕਹਿੰਦੇ ਜਿਹੜਾ ਸਿੱਖ ਗੁਰਬਾਣੀ ਦੇ ਵਿੱਚ ਭਿੱਜਾ ਪਿਆ ਏ, ਜਿਸ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ, ਜਿਹਦਾ ਜੀਵਨ ਅਕੋਰਡਿੰਗ ਟੂ ਗੁਰਬਾਣੀ ਬਣ ਗਿਆ, ਸਤਿਗੁਰੂ ਜੀ ਕਹਿੰਦੇ ਉਹ ਸਿੱਖ ਵੀ ਮੇਰਾ ਰੂਪ ਹੈ, ਸਰਗੁਣ ਰੂਪ ਦੇ ਵਿੱਚ ਉਹ ਸਿੱਖ ਮੇਰਾ ਰੂਪ ਹੈ। ਤੇ ਜਿਸ ਨੇ ਐਸੇ ਸਿੱਖ ਦੇ ਦੀਦਾਰ ਕਰ ਲਏ, ਸਤਿਗੁਰੂ ਜੀ ਕਹਿੰਦੇ ਉਸ ਨੇ ਮੇਰੇ ਦੀਦਾਰ ਕਰ ਲਏ। ਧਿਆਨ ਦਿਓ, ਸਤਿਗੁਰਾਂ ਦੇ ਦਰਸ਼ਨ ਕੀ ਨੇ, ਪ੍ਰਮਾਤਮਾ ਦੇ ਦਰਸ਼ਨ ਕੀ ਨੇ? ਸਤਿਗੁਰੂ ਜੀ ਕਹਿੰਦੇ ਜਿਸ ਇਨਸਾਨ ਨੇ ਆਪਣੇ ਆਪ ਨੂੰ ਉਸ ਰੱਬ ਦੇ ਰੰਗ ਦੇ ਵਿੱਚ ਰੰਗ ਲਿਆ, ਜਿਹੜਾ ਸਿੱਖ ਗੁਰਬਾਣੀ ਦੇ ਰੰਗ ਦੇ ਵਿੱਚ ਰੰਗਿਆ ਗਿਆ, ਪਾਤਸ਼ਾਹ ਜੀ ਕਹਿੰਦੇ ਐਸੇ ਸਿੱਖ ਦੇ ਦੀਦਾਰ ਕਰ ਲੈਣੇ, ਮੇਰੇ ਦੀਦਾਰ ਕਰ ਲੈਣੇ ਹੋਣਗੇ, ਉਸ ਸਿੱਖ ਦੇ ਵਿੱਚੋਂ ਮੇਰੇ ਦੀਦਾਰ ਹੋਣਗੇ। ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਨਾ ਕਿਸੇ ਸਿੱਖ ਨੇ ਸਵਾਲ ਕੀਤਾ, ਸਾਧ ਸੰਗਤ, ਪਤਾ ਕੀ ਕਿਹਾ? ਕਹਿਣ ਲੱਗੇ ਸਤਿਗੁਰੂ ਜੀ, ਜਦੋਂ ਤੁਸੀਂ ਕੋਲ ਤੁਹਾਡੇ ਦੀਦਾਰ ਹੁੰਦੇ ਪਏ ਨੇ, ਪਰ ਜੇਕਰ ਤੁਸੀਂ ਕੋਲ ਨਾ ਹੋਵੋ, ਤੁਹਾਡੇ ਦੀਦਾਰ ਕਰਨੇ ਹੋਣ ਤਾਂ ਕਿਵੇਂ ਹੋ ਸਕਦੇ ਨੇ? ਸਵਾਲ ਵੱਲ ਧਿਆਨ ਦਿਓ ਸਾਧ ਸੰਗਤ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤਿਹ ਜਾਣ। ਖਾਸੀਅਤ ਇਹ ਹੈ ਰੱਬ ਦਾ ਨਾਮ ਜਪਣ ਦੀ, ਕਿ ਰੱਬ ਦਾ ਨਾਮ ਜਪਦਿਆਂ ਜਪਦਿਆਂ ਇਨਸਾਨ ਉਹਦਾ ਰੂਪ ਹੋ ਜਾਂਦਾ ਹੈ। ਤੇ ਸਤਿਗੁਰਾਂ ਨੂੰ ਸਵਾਲ ਕੀਤਾ ਸਿੱਖ ਨੇ, ਕਹਿਣ ਲੱਗੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ, ਤੁਸੀਂ ਕੋਲ ਹੋ, ਤੁਹਾਡੇ ਦੀਦਾਰ ਹੁੰਦੇ ਪਏ ਨੇ, ਪਰ ਜਦੋਂ ਤੁਸੀਂ ਕੋਲ ਨਾ ਹੋਵੋ, ਤੁਹਾਡੇ ਦੀਦਾਰ ਕਿਵੇਂ ਹੋਣਗੇ? ਤੇ ਸਤਿਗੁਰਾਂ ਨੇ ਉੱਥੇ ਜਵਾਬ ਇਹੀ ਦਿੱਤਾ, ਜਿਹੜਾ ਜਵਾਬ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਨੰਦ ਲਾਲ ਜੀ ਨੂੰ ਦਿੰਦੇ ਪਏ ਨੇ। ਪਤਾ ਕੀ ਕਿਹਾ? ਕਹਿਣ ਲੱਗੇ ਜਿਸ ਨੇ ਮੇਰੇ ਦੀਦਾਰ ਕਰਨੇ ਹੋਣ, ਉਹ ਐਸੇ ਸਿੱਖ ਦੇ ਦੀਦਾਰ ਕਰੇ ਜਿਹੜਾ ਗੁਰਬਾਣੀ ਦੇ ਰੰਗ ਦੇ ਵਿੱਚ ਰੰਗਿਆ ਹੋਇਆ, ਜਿਸ ਨੇ ਆਪਣੇ ਜੀਵਨ ਦਾ ਆਧਾਰ ਗੁਰੂ ਦੇ ਸ਼ਬਦ ਨੂੰ ਬਣਾ ਲਿਆ, ਐਸੇ ਸਿੱਖ ਦੇ ਦੀਦਾਰ ਕਰਨੇ, ਮੇਰੇ ਦੀਦਾਰ ਕਰਨੇ ਹੋਣਗੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ, ਤੀਸਰ ਰੂਪ ਹੈ ਗੁਰ ਸਿੱਖ ਮੋਰ, ਸਰਗੁਣ ਰੂਪ। ਤੀਸਰ ਰੂਪ ਹੈ ਰਾਤ ਗੁਰਬਾਣੀ ਦੇ ਰੰਗ ਦੇ ਵਿੱਚ। ਸਤਿਗੁਰੂ ਜੀ ਕਹਿੰਦੇ ਐਸੇ ਸਿੱਖ ਦੇ ਦੀਦਾਰ ਕਰ ਲੈਣੇ, ਮੇਰੇ ਦੀਦਾਰ ਕਰ ਲੈਣੇ ਹੋਣਗੇ। ਤੇ ਸਾਧ ਸੰਗਤ ਇਹ ਖਾਸੀਅਤ ਹੈ, ਗੁਰੂ ਦੇ ਸ਼ਬਦ ਨਾਲ ਜਦੋਂ ਕੋਈ ਸਿੱਖ ਜੁੜਦਾ ਹੈ ਨਾ, ਸਤਿਗੁਰੂ ਜੀ ਕਹਿੰਦੇ ਫਿਰ ਉਹਦੇ ਵਿੱਚ ਤੇ ਸਿੱਖ ਦੇ ਵਿੱਚ ਕੋਈ ਫਰਕ ਨਹੀਂ ਜੇ ਰਹਿ ਜਾਂਦਾ, ਉਹ ਗੁਰੂ ਦਾ ਰੂਪ ਹੋ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਣੀ 'ਚ ਕਿਹਾ, ਪਤਾ ਕੀ ਕਹਿੰਦੇ? ਕਹਿੰਦੇ ਹਰ ਹਰ ਜਨ ਦੁਈ ਏਕ ਹੈ, ਦੋਨਾਂ ਦੇ ਵਿੱਚ ਫਰਕ ਕੋਈ ਨਹੀਂ ਜੀ। ਹਰ ਹਰ ਜਨ, ਹਰ ਦਾ ਮਤਲਬ ਹੈ ਪਰਮਾਤਮਾ, ਹਰ ਜਨ ਦਾ ਮਤਲਬ ਹੈ ਉਹਦੀ ਬੰਦਗੀ ਕਰਨ ਵਾਲਾ ਪਿਆਰਾ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਿਛ ਨਾਹੇ। ਸਤਿਗੁਰੂ ਜੀ ਕਹਿੰਦੇ ਉਹਦੇ ਵਿੱਚ ਜਿਹੜਾ ਬੰਦਗੀ ਕਰਦਾ ਪਿਆ ਏ ਤੇ ਪਰਮਾਤਮਾ ਦੇ ਵਿੱਚ ਫਰਕ ਕੋਈ ਨਹੀਂ। ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ। ਜਿਸ ਤਰ੍ਹਾਂ ਪਾਣੀ ਦੇ ਵਿੱਚੋਂ ਵੇਵ ਉੱਠਦੀ ਹੈ, ਸਮੁੰਦਰ ਦੇ ਵਿੱਚ ਵੇਵਸ ਆਂਦੀਆਂ ਪਈਆਂ ਨੇ, ਉਹ ਵੇਵ ਉੱਠਦੀ ਹੈ, ਉਸ ਸਮੁੰਦਰ ਦੇ ਵਿੱਚ ਫਿਰ ਸਮਾ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਬਿਲਕੁਲ ਇਸ ਤਰ੍ਹਾਂ ਦਾ ਸੰਬੰਧ ਉਸ ਦਾ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਹੈ, ਜਿਹੜਾ ਉਹਦੀ ਯਾਦ ਵਿੱਚ ਜੁੜ ਗਿਆ। ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਬੜੀ ਪਿਆਰੀ ਗੱਲ ਕਹੀ, ਕਹਿੰਦੇ ਹਰ ਕੋਈ ਇਨਸਾਨ ਚਾਹੁੰਦਾ ਹੈ ਕਿ ਮੈਂ ਰੱਬ ਦੇ ਦੀਦਾਰ ਕਰਾਂ। ਹਰ ਇੱਕ ਦੇ ਮਨ ਦੀ ਇਹ ਇੱਛਾ ਹੈ ਕਿ ਮੈਂ ਰੱਬ ਦੇ ਦੀਦਾਰ ਕਰਾਂ, ਜਿਹੜਾ ਵੀ ਧਰਮ ਦੇ ਵਿੱਚ ਵਿਸ਼ਵਾਸ ਰੱਖਦਾ ਹੈ। ਪਰ ਹਰ ਇੱਕ ਨੂੰ ਰੱਬ ਦੇ ਦੀਦਾਰ ਨਹੀਂ ਹੋ ਪਾਉਂਦੇ। ਕਿਸ ਨੂੰ ਹੁੰਦੇ ਨੇ ਜੀ?
सतगुरु जी कहते हर वेखण कौ सब कोई लोचै। लोचै दा मतलब है मन दे विच इच्छा होनी। हर कोई चाहुंदा कि मैं रब नूं देखां। हर वेखण कौ सब कोई लोचै सो वेखै जिस आप विखाले। ਉਹ ਵੇਖਦਾ ਹੈ, ਉਹ ਦੀਦਾਰ ਕਰ ਪਾਉਂਦਾ ਹੈ ਜਿਸ ਦੇ ਉੱਤੇ ਉਹਦੀ ਰਹਿਮਤ ਹੁੰਦੀ ਹੈ। ਜਿਸ ਨੂੰ ਨਦਰ ਕਰੇ ਮੇਰਾ ਪਿਆਰਾ ਸੋ ਹਰ ਹਰ ਸਦਾ ਸੰਭਾਲੇ। ਜਿਹਦੇ ਉੱਤੇ ਉਹਦੀ ਰਹਿਮਤ ਹੋ ਗਈ ਉਹ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ। ਸੋ ਹਰ ਹਰ ਨਾਮ ਸਦਾ ਸਦਾ ਸੰਭਾਲੇ। ਜਿਸ ਸਤਿਗੁਰ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਇੱਕੇ ਹੋਏ। ਜਿਹਨੂੰ ਗੁਰੂ ਦਾ ਮਿਲਾਪ ਹੋਇਆ ਉਹ ਰੱਬ ਦੀ ਯਾਦ ਵਿੱਚ ਜੁੜਿਆ। ਰੱਬ ਦੀ ਯਾਦ ਵਿੱਚ ਜੁੜਨ ਦੇ ਨਾਲ ਕੀ ਹੋਇਆ? ਸਤਿਗੁਰੂ ਜੀ ਕਹਿੰਦੇ ਨਾਨਕ ਹਰ ਜਨ ਹਰ ਇੱਕੇ ਹੋਏ। ਹਰ ਜਨ ਰੱਬ ਦਾ ਪਿਆਰਾ, ਹਰ ਪ੍ਰਮਾਤਮਾ ਇੱਕੇ ਹੋਏ। ਇੱਕੇ ਹੋਏ ਦਾ ਮਤਲਬ ਹੈ ਇੱਕ ਰੂਪ ਹੋ ਗਏ। ਇਸ ਇੱਕ ਰੂਪ ਹੋਣ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਤਰ੍ਹਾਂ ਵੀ ਕਿਹਾ ਹੈ ਕਿ ਗੁਰ ਕਿਰਪਾ ਜਿਹ ਨਰ ਕਉ ਕੀਨੀ तेह एह जुगत पछानी नानक लीन भयो गोबिंद स्यों ज्यों पानी संग पानी। हर जन हर इक्के होए हर जप जो प्राणी निस दिन भजै। हर जप हर सेती रलिया। वो परमात्मा नूं जप के उहदे नाल रल गया, उहदे विच मर्ज हो गया। ते साध संगत ये रब दे नाम दी बड़ी वड्डी खासियत है। खासियत है कि ਉਹਦੀ ਬੰਦਗੀ ਕਰਨ ਵਾਲਾ ਉਹਦੇ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ, ਉਹਦਾ ਰੂਪ ਹੋ ਜਾਂਦਾ ਹੈ। ਤੇ ਜਿਹੜਾ ਉਹਦਾ ਰੂਪ ਹੋ ਗਿਆ ਨਾ, ਇੱਥੇ ਖਿਆਲ ਕਰਿਓ, ਜਿਹੜਾ ਉਹਦਾ ਰੂਪ ਹੋ ਗਿਆ ਫਿਰ ਉਸ ਨੂੰ ਹਰ ਪਾਸੇ ਹੀ ਰੱਬ ਨਜ਼ਰ ਆਉਂਦਾ ਜੀ। ਜੇ ਰੱਬ ਨੂੰ ਵੇਖਣ ਦੀ ਇੱਛਾ ਹੈ ਨਾ ਤੇ ਸਾਧ ਸੰਗਤ ਖਿਆਲ ਕਰਿਓ ਉਹਨੂੰ ਦੇਖਿਆ ਜਾ ਸਕਦਾ ਹੈ। ਇਹਦੇ ਵਿੱਚ ਕੋਈ ਅਤ ਕਥਨੀ ਨਹੀਂ। ਇਹ ਨਹੀਂ ਕਿਹਾ ਜਾ ਸਕਦਾ ਕਿ ਰੱਬ ਦੇ ਦੀਦਾਰ ਨਹੀਂ ਹੋ ਸਕਦੇ, ਹੋਣਗੇ। ਨਿਰਗੁਣ ਰੂਪ ਵਿੱਚ ਰੱਬ ਦੇ ਦੀਦਾਰ ਨਹੀਂ ਹੋ ਸਕਦੇ, ਸਰਗੁਣ ਦੇ ਵਿੱਚ ਹੋ ਸਕਦੇ ਨੇ। ਸਰਗੁਣ ਦੇ ਵਿੱਚ ਰੱਬ ਨੂੰ ਦੇਖਿਆ ਜਾ ਸਕਦਾ ਹੈ। ਸਰਗੁਣ ਦਾ ਮਤਲਬ ਹੈ ਕਿ ਜਿਹੜਾ ਰੱਬ ਦੀ ਯਾਦ ਵਿੱਚ ਜੁੜਿਆ ਹੋਇਆ ਇਨਸਾਨ ਹੈ ਉਹਦੇ ਦੀਦਾਰ ਕਰ ਲੈਣੇ, ਰੱਬ ਦੇ ਦੀਦਾਰ ਕਰਨੇ ਹੋਣਗੇ। ਤੇ ਜਿਸ ਨੇ ਆਪਣੇ ਆਪ ਨੂੰ ਰੱਬ ਦੇ ਨਾਲ ਜੋੜ ਦਿੱਤਾ ਨਾ ਸਾਧ ਸੰਗਤ, ਉਹ ਫਿਰ ਹਰ ਇੱਕ ਦੇ ਵਿੱਚੋਂ ਰੱਬ ਨੂੰ ਦੇਖਦਾ ਹੈ। ਐਗਜ਼ਾਮਪਲ ਦੇ ਲਈ ਭਾਈ ਕਨਈਆ ਜੀ ਦੀ ਜਿਹੜੀ ਸਾਖੀ ਹੈ ਉਸ ਨੂੰ ਹਮੇਸ਼ਾ ਆਪਣੇ ਅੰਦਰ ਵਸਾ ਕੇ ਰੱਖਿਓ। ਕੈਸਾ ਸੰਬੰਧ ਜੁੜਿਆ ਭਾਈ ਕਨਈਆ ਜੀ ਦਾ ਰੱਬ ਦੇ ਨਾਲ, ਗੁਰੂ ਦੇ ਨਾਲ। ਕੈਸੇ ਇੱਕਮਿਕ ਹੋਏ ਨੇ ਗੁਰੂ ਦੇ ਨਾਲ ਭਾਈ ਕਨਈਆ ਜੀ। ਪਾਣੀ ਪਿਲਾਉਣ ਦੀ ਸੇਵਾ ਕਰਦੇ ਨੇ, ਜਿੱਥੇ ਸੰਗਤ ਨੂੰ ਪਾਣੀ ਛਕਾ ਰਹੇ ਨੇ। ਜੰਗ ਹੋ ਰਿਹਾ ਤੇ ਜਦੋਂ ਜੰਗ ਰੁਕੀ ਕੁਝ ਸਮੇਂ ਦੇ ਲਈ ਤੇ ਭਾਈ ਕਨਈਆ ਜੀ ਆਪਣੇ ਪਾਣੀ ਵਾਲੇ ਮਸ਼ਕ ਲੈ ਕੇ, ਮਸ਼ਕ ਆਪਾਂ ਕਹਿ ਲਈਏ ਕਿ ਪਾਣੀ ਜਿਹਦੇ ਰਾਹੀਂ ਉਹ ਪਾਣੀ ਪਿਲਾਉਂਦੇ ਪਏ ਨੇ, ਉਹ ਪਾਣੀ ਲੈ ਕੇ ਭਾਈ ਕਨਈਆ ਜੀ ਜੰਗ ਦੇ ਮੈਦਾਨ ਦੇ ਵਿੱਚ ਚਲੇ ਗਏ। ਸਿੱਖਾਂ ਨੇ ਦੇਖਿਆ, ਉਹਨਾਂ ਸੋਚਿਆ ਹੋਵੇਗਾ ਕਿ ਸਿੱਖਾਂ ਨੂੰ ਪਾਣੀ ਪਿਲਾਉਣ ਵਾਸਤੇ ਗਏ ਨੇ, ਪਰ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਜਦੋਂ ਸਿੱਖ ਦੇਖਦੇ ਨੇ ਕਿ ਭਾਈ ਕਨਈਆ ਜੀ ਜਿੱਥੇ ਸਿੱਖਾਂ ਨੂੰ ਪਾਣੀ ਪਿਲਾਉਂਦੇ ਪਏ ਨੇ ਉੱਥੇ ਨਾਲ ਦੁਸ਼ਮਣਾਂ ਨੂੰ ਵੀ ਪਾਣੀ ਪਿਲਾ ਰਹੇ ਨੇ, ਮੁਗਲਾਂ ਨੂੰ ਵੀ ਪਾਣੀ ਪਿਲਾ ਰਹੇ ਨੇ। ਸ਼ਿਕਾਇਤ ਹੋਈ, ਸਤਿਗੁਰੂ ਜੀ ਬੜੀ ਮੁਸ਼ਕਲ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਮੁਕਾਬਲਾ ਕਰਦਿਆਂ ਹੋਇਆਂ ਦੁਸ਼ਮਣਾਂ ਨੂੰ ਜ਼ਖਮੀ ਕਰੀਦਾ ਹੈ। ਭਾਈ ਨੰਦ ਲਾਲ, ਭਾਈ ਕਨਈਆ ਜੀ ਉਹਨਾਂ ਨੂੰ ਪਾਣੀ ਪਿਲਾ ਕੇ ਫੇਰ ਲੜਨ ਦੇ ਕਾਬਿਲ ਕਰ ਦਿੰਦੇ ਨੇ। ਬੁਲਾਇਆ ਗਿਆ, ਭਾਈ ਸਾਹਿਬ ਜੀ ਤੁਹਾਡੇ ਖਿਲਾਫ ਇਹ ਸ਼ਿਕਾਇਤ ਆਈ ਹੈ। ਹੱਥ ਜੋੜੇ ਭਾਈ ਸਾਹਿਬ ਨੇ। ਸਤਿਗੁਰੂ ਜੀ ਜਦੋਂ ਕੋਈ ਮੇਰੇ ਅੱਗੇ ਹੱਥ ਕਰਦਾ ਨਾ ਪਾਣੀ ਪੀਣ ਵਾਸਤੇ, ਬੁੱਕ ਕਰਦਾ ਹੈ ਪਾਣੀ ਪੀਣ ਦੇ ਲਈ, ਮੈਨੂੰ ਉਹਦੇ ਵਿੱਚੋਂ ਕੋਈ ਮਿੱਤਰ ਕੋਈ ਦੁਸ਼ਮਣ ਨਜ਼ਰ ਨਹੀਂ ਆਉਂਦਾ। ਮੈਨੂੰ ਉਹਦੇ ਵਿੱਚੋਂ ਤੁਹਾਡੇ ਦੀਦਾਰ ਹੁੰਦੇ ਨੇ। ਜੋ ਪ੍ਰਾਨੀ ਨਿਸ ਦਿਨ ਭਜੈ, ਮੈਨੂੰ ਉਹਦੇ ਵਿੱਚੋਂ ਦੀਦਾਰ ਤੁਹਾਡੇ ਹੁੰਦੇ ਨੇ। ਮੇਰੇ ਸਾਹਮਣੇ ਬੁੱਕ ਕਰਨ ਵਾਲਾ ਕੋਈ ਹੋਰ ਨਹੀਂ, ਤੁਸੀਂ ਹੁੰਦੇ ਹੋ। ਮੈਂ ਤੁਹਾਡਾ ਰੂਪ ਦੇਖ ਕੇ ਉਸ ਨੂੰ ਪਾਣੀ ਪਿਲਾ ਦਿੰਦਾ। ਇਹ ਸਾਧ ਸੰਗਤ ਜੀਵਨ ਦੇ ਵਿੱਚ ਅਵਸਥਾ ਆਉਂਦੀ ਹੈ, ਪਰ ਆਵੇਗੀ ਉਦੋਂ ਜਦੋਂ ਗੁਰੂ ਦੀ ਸ਼ਰਨ ਵਿੱਚ ਆਣਗੇ, ਉਹਦੀ ਯਾਦ ਵਿੱਚ ਜੁੜਾਂਗੇ। ਗੱਲਾਂ ਦੇ ਨਾਲ ਇਹ ਇੱਥੋਂ ਤੱਕ ਪਹੁੰਚਣਾ ਮੁਸ਼ਕਲ ਹੈ, ਪਰ ਜਦੋਂ ਸੱਚਮੁੱਚ ਆਪਣੇ ਆਪ ਨੂੰ ਉਸ ਰਾਹ ਤੇ ਤੋਰ ਦਿੱਤਾ ਜਿਸ ਰਾਹ ਤੇ ਤੁਰ ਕੇ ਇੱਥੋਂ ਤੱਕ ਪਹੁੰਚਿਆ ਜਾ ਸਕਦਾ, ਫਿਰ ਹੀ ਇਹ ਕਿਤੇ ਸੰਭਵ ਹੋ ਪਾਏਗਾ, ਇਸ ਤੋਂ ਇਲਾਵਾ ਨਹੀਂ। ਇਸੇ ਕਰਕੇ ਬਾਬਾ ਫਰੀਦ ਜੀ ਨੇ ਵੀ ਕਿਹਾ, ਕਹਿੰਦੇ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ।
ਖਾਲਕ ਦਾ ਮਤਲਬ ਹੈ ਰੱਬ, ਖਲਕ ਦਾ ਮਤਲਬ ਹੈ ਸੰਸਾਰ ਦੇ ਜੀਵ। ਕਹਿੰਦੇ ਰੱਬ ਜਿਹੜਾ ਵਾ ਉਹ ਸੰਸਾਰ ਦੇ ਜੀਵਾਂ ਦੇ ਵਿੱਚ ਵਸਦਾ ਹੈ। ਤੇ ਜਿਸ ਨੂੰ ਕਿਸੇ ਇਨਸਾਨ ਦੇ ਅੰਦਰੋਂ ਰੱਬ ਦੀਦਾਰ ਨਹੀਂ ਦੇ ਰਿਹਾ, ਜਿਸ ਨੂੰ ਉਸ ਰੱਬ ਦੇ ਦਰਸ਼ਨ ਕਿਸੇ ਇਨਸਾਨ ਦੇ ਵਿੱਚੋਂ ਨਹੀਂ ਹੁੰਦੇ ਪਏ, ਮਾਫ ਕਰਨਾ, ਉਸ ਨੂੰ ਰੱਬ ਦੇ ਦੀਦਾਰ ਕਿਤੇ ਵੀ ਨਹੀਂ ਜੀ ਹੋ ਸਕਦੇ। ਜਿਸ ਨੂੰ ਰੱਬ ਦੇ ਦਰਸ਼ਨ, ਮੈਂ ਚਾਹੁੰਦਾ ਕਿ ਰੱਬ ਦੇ ਦੀਦਾਰ ਮੈਂ ਕਰਾਂ, ਉਹਦੇ ਵਾਸਤੇ ਮੈਂ ਬੜੀ ਕੋਸ਼ਿਸ਼ ਕਰਦਾ ਪਿਆ। ਪਰ ਖਿਆਲ ਕਰਿਓ ਸਾਧ ਸੰਗਤ, ਜੇ ਮੈਨੂੰ ਆਪਣੇ ਮਾਂ ਪਿਓ ਦੇ ਵਿੱਚੋਂ ਰੱਬ ਦੇ ਦੀਦਾਰ ਨਹੀਂ ਹੋ ਰਹੇ, ਕਿਤੇ ਮੈਨੂੰ ਰੱਬ ਦੇ ਦੀਦਾਰ ਨਹੀਂ ਜੀ ਹੋ ਸਕਦੇ। ਜੇ ਮੈਨੂੰ ਆਪਣੇ ਭੈਣ ਭਰਾਵਾਂ ਦੇ ਵਿੱਚੋਂ ਰੱਬ ਦੇ ਦੀਦਾਰ ਨਹੀਂ ਹੋ ਸਕਦੇ, ਮੈਂ ਕਦੇ ਵੀ ਰੱਬ ਨੂੰ ਦੇਖ ਹੀ ਨਹੀਂ ਸਕਦਾ। ਜੇਕਰ ਮੈਨੂੰ ਆਪਣੇ ਸੱਜਣਾ ਮਿੱਤਰਾਂ ਦੇ ਵਿੱਚੋਂ ਰੱਬ ਦੇ ਦੀਦਾਰ ਨਹੀਂ ਹੁੰਦੇ, ਮੈਂ ਉਸ ਨੂੰ ਕਦੇ ਵੀ ਨਹੀਂ ਦੇਖ ਸਕਦਾ। ਜੇ ਸੰਸਾਰ ਦੇ ਜੀਵਾਂ ਦੇ ਵਿੱਚੋਂ ਮੈਨੂੰ ਰੱਬ ਦੇ ਦੀਦਾਰ ਨਹੀਂ ਹੋ ਰਹੇ, ਤਾਂ ਮੈਂ ਭੁੱਲ ਕੇ ਵੀ ਉਹਨੂੰ ਦੇਖ ਨਹੀਂ ਸਕਦਾ। ਜੇ ਦੇਖਣਾ ਹੈ ਤਾਂ ਮੈਨੂੰ ਇਨਸਾਨ ਦੇ ਅੰਦਰੋਂ ਰੱਬ ਦੇ ਦੀਦਾਰ ਹੋਣਗੇ, ਪਰ ਹੋਣਗੇ ਉਦੋਂ ਜਦੋਂ ਮੇਰੇ ਅੰਦਰੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਬਚਨਾਂ ਦੇ ਅਕੋਰਡਿੰਗਲੀ, ਜੋ ਸਤਿਗੁਰਾਂ ਨੇ ਕਿਹਾ, ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਜਾਓ ਲਓ ਭਾਓ ਅਪਾਓ ਇਹ ਮਾਨੈ, ਤਾਓ ਲਓ ਮਿਲਣ ਦੁਰਾਈ। ਜਦੋਂ ਤੱਕ ਕਿਸੇ ਦੇ ਨਾਲ ਮੇਰਾ ਪਿਆਰ ਹੋਵੇ, ਕਿਸੇ ਦੇ ਨਾਲ ਮੇਰੇ ਮਨ ਦੇ ਵਿੱਚ ਈਰਖਾ ਹੋਵੇ, ਸਤਿਗੁਰੂ ਜੀ ਕਹਿੰਦੇ ਨਹੀਂ, ਇਸ ਤਰੀਕੇ ਦੇ ਨਾਲ ਦੀਦਾਰ ਨਹੀਂ ਹੋਣਗੇ। ਪਰ ਜਦੋਂ ਅੰਦਰ ਕੇਵਲ ਪਿਆਰ ਹੀ ਪਿਆਰ ਹੋਵੇ, ਕੇਵਲ ਪਿਆਰ, ਦੂਜੀ ਚੀਜ਼ ਕੋਈ ਨਾ ਹੋਵੇ, ਜਦੋਂ ਪਿਆਰ ਅੰਦਰ ਵਸ ਗਿਆ, ਸਤਿਗੁਰੂ ਜੀ ਕਹਿੰਦੇ ਫਿਰ ਰੱਬ ਦੇ ਦੀਦਾਰ ਤਾਂ ਹੋਣਗੇ ਹੀ ਹੋਣਗੇ। ਉਪਾਧੀ ਕੀ ਮਿਲੇਗੀ, ਸਟੇਟਸ ਕੀ ਮਿਲੇਗਾ? ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤਿਹ ਜਾਨ, ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਬਾਤ। ਇਹ ਗੱਲ ਪੱਕੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਇਹ ਬੜੀ ਪੱਕੀ ਗੱਲ ਦੱਸਦੇ ਪਏ ਨੇ ਕਿ ਭਾਈ ਜਿਹੜਾ ਉਹਦੀ ਯਾਦ ਵਿੱਚ ਜੁੜੇਗਾ, ਉਹਦਾ ਰੂਪ ਹੋਏਗਾ, ਉਹਦੇ ਵਿੱਚ ਤੇ ਰੱਬ ਦੇ ਵਿੱਚ ਫਰਕ ਕੋਈ ਨਹੀਂ ਰਹਿ ਜਾਏਗਾ। ਤੇ ਜਿਹੜਾ ਰੱਬ ਦਾ ਰੂਪ ਹੋ ਗਿਆ, ਉਸ ਨੂੰ ਹਰ ਥਾਂ ਤੇ ਰੱਬ ਨਜ਼ਰ ਆਏਗਾ। ਜਦੋਂ ਬਾਣੀ ਦੇ ਵਿੱਚੋਂ ਆਪਾਂ ਬਚਨ ਪੜ੍ਹਦੇ ਆ ਨਾ ਕਿ ਸੰਗ ਸਹਾਈ ਜੈ ਹਉ ਜਾਈ, ਤੂੰ ਸਾਚਾ ਸਿਰਜਣਹਾਰ ਜੀਓ। ਸਤਿਗੁਰੂ ਜੀ, ਇਹ ਮੇਰੇ ਮਾਲਕ, ਜਿੱਥੇ ਮੈਂ ਜਾਣਾ ਤੂੰ ਮੇਰੇ ਨਾਲ ਹੀ ਹੈ। ਇਹ ਗੱਲ ਕੇਵਲ ਪੜਨ ਜਾਂ ਸੁਣਨ ਵਾਲੀ ਨਹੀਂ ਸਾਧ ਸੰਗਤ, ਇਹ ਉਸ ਦੀ ਅਵਸਥਾ ਹੈ ਜਿਹੜਾ ਜੋ ਪ੍ਰਾਨੀ ਨਿਸ ਦਿਨ ਭਜੈ, ਜਿਹੜਾ ਰੱਬ ਦਾ ਰੂਪ ਹੋ ਗਿਆ, ਰੂਪ ਰਾਮ ਤੇ ਜਾਣ ਤੱਕ ਜਿਹੜਾ ਪਹੁੰਚ ਗਿਆ ਹੈ ਨਾ, ਉਹ ਇਹ ਕਹਿੰਦਾ ਹੈ ਕਿ ਮੇਰੇ ਮਾਲਕ, ਜਿੱਥੇ ਮੈਂ ਜਾਣਾ ਉੱਥੇ ਤੂੰ ਨਾਲ ਹੀ ਜਾਣਾ ਹੈ। ਜਿਸ ਤਰਫ ਮੈਂ ਜਾਣਾ ਜਹ ਜਾਈਏ ਤਹਾਂ ਸੁਹੇਲੇ, ਜਿੱਥੇ ਮੈਂ ਜਾਣਾ ਉੱਥੇ ਆਨੰਦ ਹੀ ਆਨੰਦ ਹੈ। ਇਹ ਉਹ ਇਨਸਾਨ ਦੀ ਅਵਸਥਾ ਦਾ ਜ਼ਿਕਰ ਹੈ ਜਿਹੜਾ ਦਿਨ ਰਾਤ ਉਹਦੇ ਰੰਗ ਦੇ ਵਿੱਚ ਰੰਗਿਆ ਹੋਇਆ ਹੈ। ਤੇ ਜੇ ਰੱਬ ਦੇ ਦਰਸ਼ਨ ਕਰਨੇ ਨੇ ਸਾਧ ਸੰਗਤ, ਫਿਰ ਇਸ ਗੱਲ ਨੂੰ ਆਪਣੇ ਮਨ ਦੇ ਵਿੱਚ ਵਸਾ ਲਈਏ। ਭਾਈ ਨੰਦ ਲਾਲ ਜੀ ਨੇ ਨਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਾਰੇ ਵੀ ਇੱਕ ਬਚਨ ਬੜਾ ਪਿਆਰਾ ਯੂਜ਼ ਕੀਤਾ। ਉਹਨਾਂ ਬਾਰੇ ਕਿਹਾ, ਕਹਿਣ ਲੱਗੇ, ਗੁਰੂ ਤੇਗ ਬਹਾਦਰ ਸਾਚ ਸਰੂਪ ਨੰ। ਕਹਿੰਦੇ ਦੁਨੀਆ ਦੇ ਲੋਗੋ, ਗੁਰੂ ਤੇਗ ਬਹਾਦਰ ਉਸ ਰੱਬ ਦਾ ਪ੍ਰਤੱਖ ਰੂਪ ਹੈ। ਗੁਰੂ ਤੇਗ ਬਹਾਦਰ ਮਹਾਰਾਜ ਉਸ ਰੱਬ ਦਾ ਰੂਪ ਨੇ। ਤੇ ਜਿਹੜਾ ਰੱਬ ਦਾ ਰੂਪ ਹੁੰਦਾ ਹੈ ਨਾ ਸਾਧ ਸੰਗਤ, ਉਹੀ ਕਿਸੇ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰ ਸਕਦਾ ਜੇ, ਦੂਜਾ ਨਹੀਂ ਜੇ ਕਰ ਸਕਦਾ। ਜਿਹਦੀ ਨਜ਼ਰ ਦੇ ਵਿੱਚ ਕੋਈ ਵਿਤਕਰਾ ਨਹੀਂ, ਕੋਈ ਡਿਫਰੈਂਸ ਨਹੀਂ ਕਿਸੇ ਦੇ ਲਈ, ਉਹੀ ਆਪਣੇ ਆਪ ਨੂੰ ਕੁਰਬਾਨ ਕਰ ਸਕਦਾ ਹੈ। ਆਪਣੇ ਲਈ ਦੁੱਖ ਤਾਂ ਹਰ ਕੋਈ ਝੱਲ ਸਕਦਾ ਹੈ। ਯਾਦ ਰਹੇ, ਜਿਸ ਤਰ੍ਹਾਂ ਦਾ ਅੱਜ ਸੰਸਾਰ ਬਣਿਆ ਪਿਆ ਹੈ ਨਾ ਸਾਧ ਸੰਗਤ, ਆਪਣੇ ਲਈ ਤਾਂ ਦੁੱਖ ਬਰਦਾਸ਼ਤ ਕੋਈ ਕਰ ਸਕਦਾ ਹੈ, ਪਰ ਕਿਸੇ ਦੂਜੇ ਦੇ ਲਈ ਨਹੀਂ। ਪਰ ਜਿਹੜਾ ਰੱਬ ਦਾ ਰੂਪ ਹੁੰਦਾ ਹੈ, ਉਹ ਕਿਸੇ ਦੂਜੇ ਦੇ ਲਈ ਵੀ ਆਪਣੇ ਪ੍ਰਾਣ ਨਿਸ਼ਾਵਰ ਕਰ ਸਕਦਾ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਰਕੇ ਇਹ ਐਗਜ਼ਾਮਪਲ ਪੂਰੇ ਸੰਸਾਰ ਦੇ ਲਈ ਸੈੱਟ ਕਰਕੇ ਰੱਖ ਦਿੱਤੀ ਕਿ ਜਿਹੜਾ ਰੂਪ ਰਾਮ ਤੇ ਜਾਣ ਤੱਕ ਪਹੁੰਚ ਗਿਆ, ਜਿਹੜਾ ਰੱਬ ਦਾ ਰੂਪ ਹੋ ਗਿਆ, ਜਿਹੜਾ ਹੋਇਆ ਹੀ ਰੱਬ ਦਾ ਰੂਪ, ਉਹ ਆਪਣਾ ਆਪ ਕੁਰਬਾਨ ਕਰਨ ਤੋਂ ਵੀ ਪਿੱਛੇ ਨਹੀਂ ਹਟੇਗਾ ਜੇਕਰ ਕਿਸੇ ਦੇ ਉੱਤੇ ਕੋਈ ਮੁਸ਼ਕਲ ਆ ਬਣਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 14 ਜੰਗਾਂ ਲੜੀਆਂ। ਉਹਨਾਂ ਨੇ ਉਹ ਜੰਗਾਂ ਜਿਹੜੀਆਂ ਨੇ ਕੋਈ ਜ਼ਮੀਨ ਮੱਲਣ ਵਾਸਤੇ ਨਹੀਂ, ਕਿਸੇ ਇਲਾਕੇ ਤੇ ਕਬਜ਼ਾ ਕਰਨ ਵਾਸਤੇ ਨਹੀਂ, ਮਜ਼ਲੂਮਾਂ ਦੀ ਰਾਖੀ ਵਾਸਤੇ, ਉਹਨਾਂ ਨੂੰ ਹੱਕ ਦਿਵਾਉਣ ਵਾਸਤੇ ਲੜੀਆਂ ਨੇ। ਤੇ ਐਸੀ ਹੀ ਨਿਡਰਤਾ
ਸਤਿਗੁਰਾਂ ਨੇ ਭਰੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਲੋਕ ਆਪਾਂ ਪਿੱਛੇ ਵਿਚਾਰ ਚੁੱਕੇ ਹਾਂ, ਜਿੱਥੇ ਸਤਿਗੁਰਾਂ ਨੇ ਕਿਹਾ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਸਤਿਗੁਰੂ ਜੀ ਕਹਿੰਦੇ ਜਿਹੜਾ ਰੱਬ ਦਾ ਰੂਪ ਹੋ ਜਾਂਦਾ ਹੈ ਨਾ ਉਹ ਕਿਸੇ ਕੋ ਡਰਦਾ ਹੈ ਤੇ ਨਾ ਡਰਾਉਂਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਗੱਲ ਸਮਝਾਈ ਹੈ ਤੇ ਨਾਲ ਹੀ ਸਮਝਾਉਂਦੇ ਪਏ ਨੇ ਕਿ ਦੁਨੀਆ ਦੇ ਲੋਕੋ ਜਿਹੜਾ ਉਸ ਰੱਬ ਦੀ ਯਾਦ ਵਿੱਚ ਦਿਨ ਰਾਤ ਜੁੜ ਜਾਏਗਾ, ਜੋ ਪ੍ਰਾਨੀ ਨਿਸ ਦਿਨ, ਨਿਸ ਦਾ ਮਤਲਬ ਹੈ ਰਾਤ, ਦਿਨ ਦਾ ਮਤਲਬ ਹੈ ਦਿਨ, ਨਿਸ ਦਿਨ ਭਜੈ, ਦਿਨ ਰਾਤ ਜਿਹੜਾ ਉਹਨੂੰ ਯਾਦ ਕਰੇ। ਭਜੈ ਦਾ ਮਤਲਬ ਹੈ ਯਾਦ ਕਰਨਾ, ਸਿਮਰਨ ਕਰਨਾ। ਰੂਪ ਰਾਮ ਤਿਹ ਜਾਣ, ਉਹ ਰੱਬ ਦਾ ਰੂਪ ਹੋ ਜਾਏਗਾ, ਉਸ ਨੂੰ ਰੱਬ ਦਾ ਹੀ ਰੂਪ ਸਮਝੋ। ਹਰ ਜਨ ਹਰ ਅੰਤਰ ਨਹੀਂ, ਹਰੀ ਦੇ ਪਿਆਰੇ ਅਤੇ ਹਰੀ ਪਰਮਾਤਮਾ ਦੇ ਵਿੱਚ ਕੋਈ ਅੰਤਰ, ਡਿਫਰੈਂਸ ਕੋਈ ਨਹੀਂ। ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਇਹ ਗੱਲ ਨੂੰ ਕਹਿੰਦੇ ਪੂਰੀ ਤਰ੍ਹਾਂ ਮਨ ਦੇ ਵਿੱਚ ਵਸਾ ਲਓ। ਇਹ ਐਸੀ ਵਿਚਾਰ ਹੈ ਕਿ ਰੱਬ ਦੀ ਬੰਦਗੀ ਦੇ ਵਿੱਚ ਜੁੜਨ ਵਾਲਾ ਰੱਬ ਦਾ ਰੂਪ ਹੋ ਜਾਂਦਾ ਹੈ। ਦੁਨੀਆ ਦੀਆਂ ਚੀਜ਼ਾਂ ਆਪਾਂ ਯੂਜ਼ ਕਰਦੇ ਹਾਂ, ਕਰਦੇ ਰਹਾਂਗੇ, ਉਹਦਾ ਰੂਪ ਨਹੀਂ ਹੋ ਪਾਵਾਂਗੇ। ਪਰ ਜੇਕਰ ਰੱਬ ਦੀ ਯਾਦ ਵਿੱਚ ਜੁੜ ਗਏ, ਜੇਕਰ ਰੱਬ ਦਾ ਨਾਮ ਰੂਪੀ ਭੋਜਨ ਛਕਣਾ ਸ਼ੁਰੂ ਕਰ ਦਿੱਤਾ, ਫਿਰ ਇਹਦਾ ਹੀ ਰੂਪ ਹੋ ਜਾਵਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕੀਤਾ ਹੋਇਆ ਪਾਵਨ ਬਚਨ ਜਿਹੜਾ ਸ਼ਲੋਕ ਹੈ ਕਿਤੇ ਸਾਡੇ ਹਿਰਦੇ ਦੇ ਵਿੱਚ ਵਸ ਸਕੇ ਜੀ। ਆਪਣੇ ਅੰਦਰੋਂ ਈਰਖਾ ਦੁਵੈਸ਼ ਵਰਗੀਆਂ ਜਿਹੜੀਆਂ ਭਾਵਨਾਵਾਂ ਨੇ, ਇਹਨਾਂ ਨੂੰ ਗੁਰੂ ਕਿਰਪਾ ਸਦਕਾ ਅੰਦਰੋਂ ਕੱਢ ਕੇ ਰੱਬ ਦੇ ਨਾਮ ਨੂੰ ਵਸਾ ਕੇ ਹਰ ਇੱਕ ਦੇ ਵਿੱਚੋਂ ਰੱਬ ਦੇ ਦੀਦਾਰ ਕਰ ਸਕੀਏ। ਗੁਰੂ ਰਹਿਮਤ ਕਰੇ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।